ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1104 5 ਦੇ ਅੰਕਿਤ ਸ਼ਬਦਾਂ ਦੀ ਵਿਆਖਿਆ ਕਰਨ ਜਾ ਰਹੇ ਹਾਂ। ਇਹ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣਗੀਆਂ। ਇਹ ਸੱਚੇ ਪਾਤਸ਼ਾਹ ਜੀ, ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਤੇ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਹੀ ਗਾਵਾ ਜਿਉ ਧਰ ਮਹਿਤੋ ਬਸੇ ਪੰਜ ਕਿਰਸਾਨਾ। ਦੇਹੀ ਗਾਵਾ, ਇਹ ਸਰੀਰ ਇੱਕ ਪਿੰਡ ਦੀ ਤਰ੍ਹਾਂ ਹੈ। ਦੇਹੀ ਇਹ ਸਰੀਰ, ਗਾਵਾ ਗਾਉਂ ਮੀਨਸ ਇੱਕ ਪਿੰਡ। ਇਹ ਸਰੀਰ ਇੱਕ ਪਿੰਡ ਦੀ ਤਰ੍ਹਾਂ ਹੈ। ਦੇਹੀ ਗਾਵਾ ਜਿਉ ਧਰ ਮਹਿਤੋ, ਤੇ ਜੀਵ ਜਿਉ ਜੀਵ ਧਰ ਇਸ ਧਰਤੀ ਦਾ ਮਹਿਤੋ, ਇਸ ਧਰਤੀ ਦਾ ਚੌਧਰੀ ਹੈ। ਬਸੇ ਪੰਜ ਕਿਰਸਾਨਾ, ਤੇ ਇਸ ਵਿੱਚ ਪੰਜ ਕਿਸਾਨ ਵਸਦੇ ਹਨ। ਬਸੇ ਪੰਜ ਕਿਰਸਾਨਾ, ਤੇ ਇਸ ਵਿੱਚ ਪੰਜ ਕਿਸਾਨ ਵਸਦੇ ਹਨ। ਦੇਹੀ ਗਾਵਾ ਜਿਉ ਧਰ ਮਹਿਤੋ ਬਸੇ ਪੰਜ ਕਿਰਸਾਨਾ, ਕਿ ਇਹ ਸਰੀਰ ਇੱਕ ਪਿੰਡ ਹੈ। ਜੀਵ ਇਸ ਧਰਤੀ ਦਾ ਚੌਧਰੀ ਹੈ, ਤੇ ਇਸ ਵਿੱਚ ਪੰਜ ਕਿਸਾਨ ਵਸਦੇ ਹਨ। ਉਹ ਪੰਜ ਕਿਸਾਨ ਕਿਹੜੇ ਹਨ? ਨੈਣੂ, ਨੈਣੂ ਅੱਖਾਂ, ਨਕਟੂ ਨੱਕ, ਸਰਵਨੂ ਜਿਸ ਨਾਲ ਅਸੀਂ ਸੁਣਦੇ ਹਾਂ ਕੰਨ, ਰਸਪਤ, ਰਸਪਤ ਜੀਭ, ਇੰਦਰੀ ਤੇ ਇੰਦਰੀਆਂ ਜੋ ਸਾਨੂੰ ਸਮਝਣ ਦੀ ਸ਼ਕਤੀ ਦਿੰਦੇ ਹਨ। ਕਿਹਾ ਨਾ ਮਾਨਾ, ਇਹ ਪੰਜੇ ਹੀ ਜੀਵ ਚੌਧਰੀ ਦਾ ਕਿਹਾ ਨਹੀਂ ਮੰਨਦੇ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਫਸੇ ਮਨੁੱਖ ਨੂੰ ਫਸਾਈ ਰੱਖਦੇ ਹਨ। ਇਹ ਚੌਧਰੀ ਦਾ ਕਹਿਣਾ ਨਹੀਂ ਮੰਨਦੇ। ਬਾਬਾ ਅਬ ਨਾ ਬਸੋ ਇਹ ਗਾਓ, ਹੇ ਬਾਬਾ ਜੀ, ਮੈਂ ਇਸ ਪਿੰਡ ਵਿੱਚ ਨਹੀਂ ਵਸਣਾ ਚਾਹੁੰਦਾ। ਅਬ ਨਾ ਵਸੋ ਇਹੋ ਗਾਓ, ਕਰੀ ਕਰੀ ਕਾ ਲੇਖਾ ਮਾਗੇ, ਕਾਹਿਤ ਚੇਤੂ ਨਾਉ। ਜਿੱਥੇ ਰਹਿ ਕੇ, ਇਸ ਪਿੰਡ ਵਿੱਚ ਰਹਿ ਕੇ ਜਿੱਥੇ ਰਹਾਂ, ਉਹ ਚਿਤਰਗੁਪਤ ਨਾਮ ਦਾ ਪਟਵਾਰੀ ਘੜੀ ਘੜੀ ਦਾ ਹਿਸਾਬ ਮੰਗਦਾ ਹੈ। ਕਰੀ ਕਰੀ ਕਾ ਲੇਖਾ ਮੰਗੇ, ਕਾਹਿਤ ਚੇਤੂ ਨਾਉ। ਉਹ ਘੜੀ ਘੜੀ ਆ ਕੇ, ਇਹ ਚਿਤਰਗੁਪਤ ਨਾਮ ਦਾ ਇੱਕ ਪਟਵਾਰੀ ਹੈ ਜੋ ਘੜੀ ਘੜੀ ਮੇਰੇ ਕੋਲੋਂ ਹਿਸਾਬ ਮੰਗਦਾ ਹੈ। ਕਾਹਿਤ ਚੇਤੂ ਨਾਉ, ਉਹ ਮੈਨੂੰ ਦੱਸਦਾ ਹੈ ਕਿ ਇੱਥੇ ਆ ਕੇ ਤੂੰ ਨਾਮ ਕਿਉਂ ਨਹੀਂ ਚੇਤ ਰਿਹਾ। ਉਹ ਘੜੀ ਘੜੀ ਦਾ ਹਿਸਾਬ ਮੰਗ ਰਿਹਾ ਹੈ। ਰਹਾਓ, ਧਰਮ ਰਾਏ ਜਬ ਲੇਖਾ ਮੰਗੇ, ਬਾਕੀ ਨਿਕਸੀ ਭਾਰੀ। ਜਦੋਂ ਧਰਮ ਰਾਜ ਜੀਵ ਦੇ ਕੀਤੇ ਕੰਮਾਂ ਦਾ ਹਿਸਾਬ ਮੰਗਦਾ ਹੈ, ਧਰਮ ਰਾਏ ਜਬ ਲੇਖਾ ਮੰਗੇ, ਜਦੋਂ ਸਾਡੇ ਕੋਲ ਸਾਰੇ ਕੰਮਾਂ ਦਾ ਲੇਖਾ ਚੋਖਾ ਮੰਗਦਾ ਹੈ, ਬਾਕੀ ਨਿਕਸੀ ਭਾਰੀ, ਤਾਂ ਬਹੁਤ ਕੁਝ ਦੇਣਾ ਨਿਕਲਦਾ ਹੈ। ਸਾਡੇ ਵੱਲੋਂ ਬਹੁਤ ਕੁਝ ਦੇਣਾ ਨਿਕਲਦਾ ਹੈ। ਪੰਜ ਕਿਰਸਾਨਵਾ ਭਾਗ ਗਏ, ਲੈ ਬਾਧਿਓ ਜਿਉ ਦਰਬਾਰੀ। ਪੰਜ ਕਿਰਸਾਨਵਾ, ਜਦੋਂ ਸਾਡਾ ਸਰੀਰ ਢਹਿ ਜਾਂਦਾ ਹੈ, ਜਦੋਂ ਇਹ ਮਿੱਟੀ ਹੋ ਜਾਂਦਾ ਹੈ ਸਾਡਾ ਸਰੀਰ, ਤਾਂ ਉਹ ਪੰਜ ਕਿਸਾਨ ਤਾਂ ਭੱਜ ਜਾਂਦੇ ਹਨ। ਅੱਖਾਂ, ਨੱਕ, ਕੰਨ, ਜੀਭ ਤੇ ਇੰਦਰੀ ਜੋ ਸਾਡੇ ਕੋਲ ਗਲਤ ਕੰਮ ਕਰਵਾਉਂਦੇ ਹਨ, ਉਹ ਤਾਂ ਕਿਸਾਨ ਭੱਜ ਜਾਂਦੇ ਹਨ। ਪੰਜ ਕਿਰਸਾਨਵਾ ਭਾਗ ਗਏ, ਲੈ ਬਾਧਿਓ ਜਿਉ ਦਰਬਾਰੀ। ਪਰ ਜੀਵ ਨੂੰ ਦਰਬਾਰੀ ਬੰਨ੍ਹ ਲੈਂਦੇ ਹਨ। ਲੈ ਬਾਧਿਓ ਜਿਉ, ਜੀਵ ਨੂੰ ਦਰਬਾਰੀ ਬੰਨ੍ਹ ਲੈਂਦੇ ਹਨ। ਕਹੇ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ। ਕਬੀਰ ਜੀ ਆਖਦੇ ਹਨ, ਹੇ ਭਲੇ ਪੁਰਖੋ, ਮੇਰੀ ਗੱਲ ਬਹੁਤ ਗੌਰ ਨਾਲ ਸੁਣੋ, ਧਿਆਨ ਨਾਲ ਸੁਣੋ। ਕਹੇ ਕਬੀਰ ਸੁਨੋ ਰੇ ਸੰਤੋ, ਧਿਆਨ ਨਾਲ ਮੇਰੀ ਗੱਲ ਸੁਣੋ। ਖੇਤ ਹੀ ਕਰੋ ਨਿਬੇਰਾ। ਇਸੇ ਜਨਮ ਵਿੱਚ, ਜਦੋਂ ਸਾਡੇ ਕੋਲ ਇਹ ਸਰੀਰ ਹੈ, ਇਸੇ ਜਨਮ ਵਿੱਚ ਹੀ ਆਪਣੇ ਕਰਮਾਂ ਦਾ ਹਿਸਾਬ ਮੁਕਾਓ। ਖੇਤ ਹੀ ਕਰੋ ਨਿਬੇਰਾ, ਜਦੋਂ ਖੇਤ ਹੈ, ਜਦੋਂ ਇਹ ਸਰੀਰ ਹੈ ਸਾਡੇ ਕੋਲ, ਉਦੋਂ ਹੀ ਆਪਣੇ ਕਰਮਾਂ ਦਾ ਹਿਸਾਬ ਮੁਕਾਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹਰ ਨਾ ਭੌਜਲ ਫੇਰਾ। ਹੇ ਵਾਹਿਗੁਰੂ, ਇਸ ਵਾਰੀ ਤੂੰ ਬੰਦੇ ਨੂੰ ਬਖਸ਼ ਲੈ। ਅਬ ਕੀ ਬਾਰ ਬਖਸ਼ ਬੰਦੇ ਕੋ, ਇਸ ਵਾਰੀ ਹੇ ਪ੍ਰਭੂ ਬੰਦੇ ਨੂੰ ਬਖਸ਼ ਲੈ, ਤੇ ਇਸ ਸੰਸਾਰ ਸਮੁੰਦਰ ਵਿੱਚ ਮੁੜ ਫੇਰਾ ਨਾ ਹੋਵੇ। ਬਹਰ ਨਾ ਭੌਜਲ ਫੇਰਾ,
ਸਾਨੂੰ ਬਖਸ਼ ਲੈ, ਸਾਡੇ ਬੁਰੇ ਕੰਮਾਂ ਨੂੰ ਵੀ ਬਖਸ਼ ਦੇ, ਤਾਂ ਕਿ ਸਾਨੂੰ ਮੁੜ ਜੰਮਣਾ ਮਰਨ ਦੇ ਭੌਜਲ ਵਿੱਚ ਸਾਨੂੰ ਨਾ ਪੈਣਾ ਪਏ। राग मारू पानी कबीर जियो की, एकमकार सतगुर प्रसाद। अनपो किने न देखिया विरागड़िए, हे विरागी बंदे। अनपो किने न देखिया, आत्म ज्ञान ते भगती तो बिना रब नूं किसे ने नहीं देखिया। अनपो किने, अनपो की आत्म ज्ञान ते भगती, अनपो किने ना देखिया, इस तो बिना रब नूं किसे ने नहीं वेखिया। बिन पै अनपो होए बना हंबे, जदों मनुख संसारी डर तो रहित हो जाता है। बिन पै, जदों मनुख संसारी डर तो रहित हो जाता है। बिन पै अनपो होए बना हंबे, तदों ही अनपो होए, तदों ही आत्म ज्ञान हुंदा है। सो हदूर देखे देखै ਤਾਂ ਭਉ ਪਵੇ ਵਿਰਾਗੜੀਏ, हे ਵਿਰਾਗੀ ਬੰਦੇ। ਜਦੋਂ ਮਨੁੱਖ ਪਰਮਾਤਮਾ ਨੂੰ ਅੰਗ ਸੰਗ ਸਮਝਦਾ ਹੈ, ਸੋ ਹਦੂਰ ਦੇਖੈ, ਜਦੋਂ ਮਨੁੱਖ ਪਰਮਾਤਮਾ ਨੂੰ ਅੰਗ ਸੰਗ ਸਮਝਦਾ ਹੈ, ਸੋ ਹਦੂਰ ਦੇਖੇ ਤਾਂ ਭਉ ਪਵੇ ਵਿਰਾਗੜੀਏ, ਤਦੋਂ ਉਸਦੇ ਮਨ ਵਿੱਚ ਪ੍ਰੇਮ ਭਗਤੀ ਪੈਦਾ ਹੁੰਦੀ ਹੈ। ਤਦੋਂ ਹੀ ਉਸਦੇ ਮਨ ਵਿੱਚ ਇਹ ਭਗਤੀ ਦਾ ਭਾਵ ਪੈਦਾ ਹੁੰਦਾ ਹੈ। ਹੁਕਮੇ ਬੂਝੇ ਤਾਂ ਨਿਰਭਉ ਹੋਏ ਬਣਾ ਹੰਬੇ, ਜਦੋਂ ਉਹ ਉਸਦੇ ਹੁਕਮ ਨੂੰ ਸਮਝ ਜਾਂਦਾ ਹੈ। ਹੁਕਮੇ ਬੂਝੇ, ਜਦੋਂ ਉਸਦੇ ਹੁਕਮ ਨੂੰ ਸਮਝਦਾ ਹੈ ਤਾਂ ਨਿਰਭਉ ਹੋਏ ਬਣਾ ਹੰਬੇ, ਤਦੋਂ ਸੰਸਾਰਿਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ। ਨਿਰਭਉ, ਫਿਰ ਉਸਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਰਹਿੰਦਾ, ਉਹ ਨਿਰਭਉ ਹੋ ਜਾਂਦਾ ਹੈ। ਹਰ ਪਾਖੰਡ ਨਾ ਕੀਜਈ ਬੈਰਾਗੜੀਏ, ਰੱਬ ਨੂੰ ਪਾਉਣ ਲਈ ਕੋਈ ਪਖੰਡ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਤਾਂ ਦਿਲਾਂ ਦਾ ਅੰਤਰਜਾਮੀ ਹੈ। ਅਸੀਂ ਪਖੰਡ ਕਰਾਂਗੇ ਤਾਂ ਉਸਨੂੰ ਤਾਂ 1 ਮਿੰਟ ਵਿੱਚ ਪਤਾ ਲੱਗ ਜਾਏਗਾ। ਉਸਨੂੰ ਪਾਉਣ ਲਈ ਕੋਈ ਪਖੰਡ ਨਹੀਂ ਕਰਨਾ ਚਾਹੀਦਾ। ਪਰ ਸੰਸਾਰੀ ਬੰਦੇ ਤਾਂ ਪਖੰਡ ਵਿੱਚ ਹੀ ਫਸੇ ਹੋਏ ਹਨ। ਹਰ ਪਖੰਡ ਨਾ ਕੀਜਈ ਵਿਰਾਗੜੀਏ, ਪਾਖੰਡ ਰਤਾ ਸਭ ਲੋਕ ਬਣਾ ਹੰਬੇ, ਪਰ ਸੰਸਾਰਿਕ ਬੰਦੇ ਤਾਂ ਪਖੰਡ ਵਿੱਚ ਹੀ ਫਸੇ ਹੋਏ ਹਨ। ਤ੍ਰਿਸ਼ਨਾ ਪਾਸ ਨਾ ਛੋੜਈ ਵਿਰਾਗੜੀਏ, ਤ੍ਰਿਸ਼ਨਾ ਕਦੇ ਵੀ ਸਾਥ ਨਹੀਂ ਛੱਡਦੀ। ਤ੍ਰਿਸ਼ਨਾ ਕਦੇ ਵੀ, ਤ੍ਰਿਸ਼ਨਾ ਪਾਸ ਨਾ ਛੋੜਈ ਵਿਰਾਗੜੀਏ, ਤ੍ਰਿਸ਼ਨਾ ਕਦੇ ਵੀ ਸਾਥ ਨਹੀਂ ਛੱਡਦੀ। ਮਮਤਾ ਜਾਲਿਆ ਪਿੰਡ ਬਣਾ ਹੰਬੇ, ਮਮਤਾ ਜਾਲਿਆ ਜਲਾ ਦਿੱਤਾ ਹੈ, ਮੁਕਾ ਦਿੱਤਾ ਹੈ। ਪਿੰਡ ਸਾਡੇ ਸਰੀਰ ਨੂੰ, ਤੇ ਮਮਤਾ ਨੇ ਵੀ ਸਾਡੇ ਸਰੀਰ ਨੂੰ ਮੁਕਾ ਦਿੱਤਾ ਹੈ। ਚਿੰਤਾ ਜਾਲ ਤਨ ਜਾਲਿਆ ਵਿਰਾਗੜੀਏ, ਜੇ ਮਨ ਮਿਰਤਕ ਹੋਏ ਬਣਾ ਹੰਬੇ, ਜੇ ਮਨ ਮਿਰਤਕ ਹੋਏ, ਜੇ ਮਨ ਨੂੰ ਕਾਬੂ ਕੀਤਾ ਜਾਏ, ਜੇ ਮਨ ਮਿਰਤਕ ਹੋਏ, ਮਨ ਨੂੰ ਮਾਰ ਕੇ ਉਸਨੂੰ ਅਸੀਂ ਕਾਬੂ ਵਿੱਚ ਕਰ ਲਈਏ ਤਾਂ ਫਿਰ ਕੀ ਹੋਏਗਾ? ਚਿੰਤਾ ਜਾਲ ਤਨ ਜਾਲਿਆ ਵਿਰਾਗੜੀਏ, ਤਾਂ ਚਿੰਤਾ ਅਤੇ ਸਰੀਰਕ ਮੋਹ ਖਤਮ ਹੋ ਸਕਦਾ ਹੈ। ਚਿੰਤਾ ਜਾਲ ਤਨ ਜਾਲਿਆ, ਜੋ ਚਿੰਤਾ ਨੇ ਸਾਡੇ ਤਨ ਨੂੰ ਜਾਲ ਦਿੱਤਾ ਹੈ, ਜਲਾ ਦਿੱਤਾ ਹੈ, ਤਾਂ ਅਸੀਂ ਇਸ ਨੂੰ, ਚਿੰਤਾ ਅਤੇ ਸਰੀਰਕ ਮੋਹ ਖਤਮ ਹੋ ਸਕਦਾ ਹੈ। ਜਾਲਿਆ, ਅਸੀਂ ਇਸ ਨੂੰ ਖਤਮ ਕਰ ਸਕਦੇ ਹਾਂ। ਇਹ ਕਦੋਂ ਖਤਮ ਕਰ ਸਕਦੇ ਹਾਂ? ਜੇ ਮਨ ਮਿਰਤਕ ਹੋਏ ਬਣਾ ਹੰਬੇ, ਜੇ ਅਸੀਂ ਆਪਣੇ ਮਨ ਨੂੰ ਕਾਬੂ ਕਰ ਲਈਏ ਤੇ ਅਸੀਂ ਪ੍ਰਭੂ ਭਗਤੀ ਵਿੱਚ ਲੱਗ ਜਾਈਏ। ਜੇ ਲੋਚੇ ਸਭ ਕੋਏ ਬਣਾ ਹੰਬੇ, ਹੇ ਵਿਰਾਗੀ, ਭਾਵੇਂ ਕੋਈ ਕਿਤਨੀ ਤਾਂਗ ਕਰੇ, ਜਿੰਨਾ ਕੋਈ ਮਰਜ਼ੀ ਲੋਚ ਲਏ, ਜਿੰਨਾ ਕੋਈ ਮਰਜ਼ੀ ਆਸ ਕਰ ਲਏ, ਕਰਮ ਹੋਵੇ ਸਤਗੁਰ ਮਿਲੇ ਵਿਰਾਗੜੀਏ। ਸਤਗੁਰ ਬਿਨ ਬੈਰਾਗ ਨਾ ਹੋਵਈ ਵਿਰਾਗੜੀਏ, ਜੇ ਲੋਚੇ ਸਭ ਕੋਏ ਬਣਾ ਹੰਬੇ। ਚਾਹੇ ਅਸੀਂ ਕਿਤਨੀ ਵੀ ਤਾਂਗ ਕਰੀਏ, ਪਰ ਕੀ ਨਹੀਂ ਹੋ ਸਕਦਾ? ਸਤਗੁਰ ਬਿਨ ਬੈਰਾਗ ਨਾ ਹੋਵਈ ਵਿਰਾਗੜੀਏ, ਪਰ ਗੁਰੂ ਤੋਂ ਬਿਨਾ ਬੈਰਾਗ ਪੈਦਾ ਨਹੀਂ ਹੋ ਸਕਦਾ। ਉਸ ਗੁਰੂ ਦੀ ਭਗਤੀ ਕਰਨ ਦੀ ਇੱਛਾ ਸਾਡੇ ਆਪਣੇ ਆਪ ਨਹੀਂ ਆ ਸਕਦੀ। ਇਹ ਤਾਂ ਤਦੇ ਹੀ ਆਏਗੀ ਜੋ ਗੁਰੂ ਸਾਡੇ ਉੱਤੇ ਮਿਹਰ ਕਰਨਗੇ, ਸੱਚੇ ਪਾਤਸ਼ਾਹ ਜੀ ਮਿਹਰ ਕਰਨਗੇ, ਤਾਂ ਹੀ ਸਾਨੂੰ ਉਸ ਨੂੰ ਮਿਲਣ ਦੀ ਆਸ ਹੋਏਗੀ, ਸਾਨੂੰ ਮਿਲਣ ਦੀ ਤਾਂਘ ਹੋਏਗੀ।
ਅਸੀਂ ਆਪਣੇ ਆਪ ਹੀ ਕੁਝ ਨਹੀਂ ਕਰ ਸਕਦੇ, ਚਾਹੇ ਅਸੀਂ ਇੰਨਾ ਮਰਜ਼ੀ ਲੋਚ ਤਾਂਗ ਕਰੀਏ, ਪਰ ਗੁਰੂ ਤੋਂ ਬਿਨਾਂ ਤਾਂ ਇਹ ਵਿਰਾਗ ਨਹੀਂ ਪੈਦਾ ਕੀਤਾ ਜਾ ਸਕਦਾ। ਕਰਮ ਹੋਵੇ ਸਤਿਗੁਰ ਮਿਲੇ ਵਿਰਾਗੜੀਏ। ਪਰ ਗੁਰੂ ਤਦੋਂ ਹੀ ਮਿਲਦਾ ਹੈ ਜੇ ਕਰਮ ਹੋਵੇ। ਕਰਮ ਹੋਵੇ ਸਤਿਗੁਰ ਮਿਲੇ, ਗੁਰੂ ਉਦੋਂ ਹੀ ਮਿਲਦਾ ਹੈ ਜੇ ਸਾਡੇ ਕਰਮਾਂ ਵਿੱਚ ਹੋਵੇ। ਸਹਿਜੇ ਪਾਵੇ ਸੋਏ ਵਣਾ ਹੰਬੇ। ਫਿਰ ਮਨੁੱਖ ਆਤਮਿਕ ਸੁਖ ਪ੍ਰਾਪਤ ਕਰ ਲੈਂਦਾ ਹੈ। ਫਿਰ ਸਹਿਜੇ ਹੀ ਅਗਰ ਉਸਦੀ ਮਿਹਰ ਹੋ ਜਾਏ ਤਾਂ ਸਹਿਜੇ ਹੀ ਸਾਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਕਹੋ ਕਬੀਰ ਇੱਕ ਬੇਨਤੀ ਵਿਰਾਗੜੀਏ। ਕਬੀਰ ਜੀ ਆਖਦੇ ਹਨ ਕਿ ਪਰਮਾਤਮਾ ਅੱਗੇ ਇਉਂ ਬੇਨਤੀ ਕਰੋ। ਕਹੋ ਕਬੀਰ ਇੱਕ ਬੇਨਤੀ ਵਿਰਾਗੜੀਏ। ਇਹ ਵਿਰਾਗੀ ਬੰਦੇ ਉਸ ਪਰਮਾਤਮਾ ਅੱਗੇ ਇਸ ਤਰ੍ਹਾਂ ਬੇਨਤੀ ਕਰੋ, ਮੋਕੋ ਭੌਜਲ ਪਾਰ ਉਤਾਰ ਬਣਾ ਹੰਬੇ। ਹੇ ਪਰਮਾਤਮਾ, ਹੇ ਸੱਚੇ ਪਾਤਸ਼ਾਹ ਜੀ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਓ। ਇਹ ਵਿਕਾਰਾਂ ਰੂਪੀ ਸਮੁੰਦਰ ਤੋਂ ਪਾਰ ਲੰਘਾ ਲਓ। ਰਾਜਨ ਕੌਣ ਦੁਆਰੇ ਕੌਣ ਤੁਮਾਰੇ ਆਵੇ। हे ਰਾਜਾ ਦੁਰਯੋਧਨ, ਤੇਰੇ ਸੋਹਣੇ ਘਰ ਕੌਣ ਆਵੇ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੇ। ਮੈਂ ਤਾਂ ਬਿਦਰ ਦਾ ਇਤਨਾ ਪ੍ਰੇਮ ਦੇਖਿਆ ਹੈ। ਐਸੋ ਭਾਉ ਬਿਦਰ ਕੋ ਦੇਖਿਓ, ਇਤਨਾ ਪ੍ਰੇਮ ਬਿਦਰ का ਦੇਖਿਆ ਹੈ ਕਿ ਉਹ ਗਰੀਬ ਮੋਹੇ ਪਾਵੇ। ਉਹ ਗਰੀਬ ਮੈਨੂੰ ਪਿਆਰਾ ਲੱਗਦਾ ਹੈ। ਰਹਾਉ ਹਸਤੀ ਦੇਖ ਪਰਮ ਤੇ ਭੂਲਾ। ਹਕੂਮਤ ਦੇ ਨਸ਼ੇ ਵਿੱਚ ਤੂੰ ਭੁੱਲ ਗਿਆ ਹੈ। ਪਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ, ਭਗਵਾਨ ਦੀ ਮਹਿਮਾ ਨੂੰ ਤੂੰ ਸਮਝ ਨਹੀਂ ਸਕਿਆ। ਤੁਮਰੋ ਦੂਧ ਬਿਦਰ ਕੋ ਪਾਨੋ। ਇੱਕ ਪਾਸੇ ਤੇਰਾ ਦੁੱਧ ਹੈ ਤੇ ਦੂਜੇ ਪਾਸੇ ਬਿਦਰ ਦਾ ਪਾਣੀ ਹੈ। ਅੰਮ੍ਰਿਤ ਕਰ ਮੈਂ ਮਾਨਿਆ, ਇਹ ਪਾਣੀ ਮੈਂ ਅੰਮ੍ਰਿਤ ਵਾਂਗ ਸਮਝਿਆ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਖੀਰ ਸਮਾਨ, ਬਿਦਰ ਦੇ ਘਰ ਦਾ ਸਾਗ ਤੇਰੀ ਰਸੋਈ ਦੀ ਪੱਕੀ ਖੀਰ ਵਰਗਾ ਸੁਆਦਲਾ ਮਹਿਸੂਸ ਹੋਇਆ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਉਸ ਦਾ ਬਣਾਇਆ ਸਾਗ ਮੈਨੂੰ ਤੇਰੇ ਘਰ ਦੀ ਖੀਰ ਵਾਂਗ ਹੀ ਲੱਗਾ ਹੈ। ਗੁਣ ਗਾਵਤ ਰਹਿਣ ਬਿਹਾਨੀ, ਤੇ ਪਰਮਾਤਮਾ ਦੇ ਗੁਣ ਗਾਉਂਦਿਆਂ ਹੀ ਮੇਰੀ ਰਾਤ ਉਸਦੇ ਘਰ ਬੀਤ ਗਈ ਹੈ। ਇਹ ਸਾਰੀ ਰਾਤ ਮੈਂ ਉਸਦੇ ਘਰ ਪਰਮਾਤਮਾ ਦੀ ਉਸਤਤ ਕਰਦਿਆਂ ਹੀ ਲੰਘਾ ਦਿੱਤੀ ਹੈ। ਕਬੀਰ ਕੋ ਠਾਕੁਰ ਅਨੰਦ ਬਿਨੋਦੀ। ਕਬੀਰ ਜੀ ਫਰਮਾਨ ਕਰਦੇ ਹਨ ਕਿ ਮੇਰੇ ਠਾਕੁਰ, ਮੇਰੇ ਸੱਚੇ ਪਾਤਸ਼ਾਹ ਤਾਂ ਆਨੰਦ ਤੇ ਚੋਜ ਕਰਨ ਵਾਲੇ ਹਨ। ਕਬੀਰ ਕੋ ਠਾਕੁਰ ਆਨੰਦ ਤੇ ਚੋਜੀ। ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਆਨੰਦ ਤੇ ਚੋਜ ਕਰਨ ਵਾਲੇ ਹਨ। ਜਾਤ ਨਾ ਕਾਹੂ ਕੀ ਮਾਨੀ। ਕਿਸੇ ਦੀ ਉੱਚੀ ਜਾਤ ਨੂੰ ਨਹੀਂ ਮੰਨਦੇ। ਉਹ ਇਹ ਨਹੀਂ ਦੇਖਦੇ ਕਿ ਕੋਈ ਬੰਦਾ ਕਿੰਨਾ ਉੱਚਾ ਹੈ, ਉਸਨੂੰ ਉਸ ਬਖਸ਼ਿਸ਼ ਕਰਨੀ ਹੈ, ਜਾਂ ਕੋਈ ਬੰਦਾ ਗਰੀਬ ਹੈ ਉਸਨੂੰ ਬਖਸ਼ਿਸ਼ ਨਹੀਂ ਕਰਨੀ। ਉਹ ਇਹ ਜਾਤ ਪਾਤ ਨਹੀਂ ਦੇਖਦੇ, ਉੱਚਾ ਨੀਵਾਂ ਨਹੀਂ ਦੇਖਦੇ। ਸੱਚੇ ਪਾਤਸ਼ਾਹ ਜੀ ਤਾਂ ਸਿਰਫ ਇੱਕ ਪ੍ਰੇਮ ਭਾਵ ਦੇਖਦੇ ਹਨ, ਸਾਡੇ ਮਨ ਦੀ ਸ਼ਰਧਾ ਦੇਖਦੇ ਹਨ। ਅਸੀਂ ਕੋਈ ਵੀ ਅਰਦਾਸ ਸੱਚੇ ਮਨ ਨਾਲ ਕਰਾਂਗੇ ਤਾਂ ਪਰਮਾਤਮਾ ਸਾਡੀ ਅਰਦਾਸ ਜ਼ਰੂਰ ਸੁਣੇਗਾ। ਉਹ ਸਾਡੇ ਮਨ ਦੀ ਗੱਲ ਨੂੰ ਸਮਝਦਾ ਹੈ, ਉਹ ਅੰਤਰਜਾਮੀ ਹੈ, ਉਹ ਸਾਰਿਆਂ ਦੇ ਦਿਲਾਂ ਦੀ ਗੱਲ ਸਮਝਦਾ ਹੈ। ਇਸ ਕਰਕੇ ਉਸਦੇ ਦਰ ਤੇ, ਉਸਦੀ ਦਰਗਾਹ ਤੇ, ਉਸਦੇ ਦਰਵਾਜ਼ੇ ਤੇ ਕੋਈ ਪਾਖੰਡ ਨਹੀਂ ਚੱਲਦਾ ਕਿ ਅਸੀਂ ਬਾਹਰੋਂ ਪਖੰਡੀ ਰੂਪ ਬਣਾ ਕੇ ਅਸੀਂ ਉਸਨੂੰ ਆਪਣੀ ਦਿਖਾਵਾਂਗੇ ਕਿ ਅਸੀਂ ਬਹੁਤ ਨਿਮਾਣੇ ਹਾਂ, ਅਸੀਂ ਆਪਣਾ ਪਖੰਡਪੁਣਾ ਦਿਖਾਵਾਂਗੇ, ਤਾਂ ਉਸਨੂੰ ਤਾਂ ਹਰ ਗੱਲ ਦੀ ਸਮਝ ਹੈ। ਅਗਰ ਅਸੀਂ ਸੱਚੇ ਭਾਵ ਨਾਲ ਅਸੀਂ ਬਹੁਤ ਹੀ ਹਲੀਮੀ ਨਾਲ ਆਪਣਾ ਆਪਾ ਮਾਰ ਕੇ ਨੀਵੇਂ ਹੋ ਕੇ ਜਾਵਾਂਗੇ, ਆਪਣੇ ਮਨ ਦੀ ਗੱਲ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕਰਾਂਗੇ, ਤਾਂ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਆਸਾਨ ਕਰਨਗੇ ਅਤੇ ਸਾਨੂੰ ਸਹੀ ਰਾਹ 'ਤੇ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।